ਵਿਜ਼ਨ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਇਸ ਵਕਤ ਹੈ ਜੀ। ਨਵੇਂ ਮੰਤਰੀਆਂ ਦੀ ਖੂਬ ਚਰਚਾ। 5 ਨਵੇਂ ਮੰਤਰੀ ਬਣੇ, ਅਜੇ 3 ਦੀ ਕੁਰਸੀ ਖਾਲੀ ਹੈ। ਹੁਣ ਉਹਨਾਂ ਤਿੰਨਾਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਕਿ ਪੁਰਾਣੇ ਐਮਐਲਏਆਂ ਨੂੰ 2 ਵਾਰ ਬਣੇ ਐਮਐਲਏਆਂ ਨੂੰ ਮੌਕਾ ਮਿਲੇਗਾ ਜਾਂ ਨਹੀਂ। ਇਸ ਵਾਰ ਵਾਲੇ 5 'ਚ ਵੀ ਇੱਕ ਨੂੰ ਹੀ ਪੁਰਾਣਿਆਂ 'ਚੋਂ ਮੌਕਾ ਮਿਲਿਆ, ਸੋ ਉਸ ਨੂੰ ਲੈ ਕੇ ਖੂਬ ਚਰਚਾ। ਖਾਸ ਕਰਕੇ 2 ਬੀਬੀਆਂ ਦਾ ਮੰਤਰੀ ਮੰਡਲ ਦੇ ਵਿੱਚੋਂ ਕਿਸੇ ਇੱਕ ਦਾ ਵੀ ਉਹਨਾਂ 'ਚੋਂ ਨਾ ਆਉਣਾ, ਇਹ ਵੀ ਖੂਬ ਚਰਚਾ। ਸੋ ਇਹਨਾਂ ਪਹਿਲੂਆਂ 'ਤੇ ਜਿੱਥੇ ਚਰਚਾ ਹੋਣੀ ਆ, ਉੱਥੇ ਨਾਲ ਦੀ ਨਾਲ ਬੇਅਦਬੀ ਮਾਮਲੇ ਦੇ ਵਿੱਚ ਉਮਰਾ ਨੰਗਲ ਤੇ ਸੁਮੇਧ ਸੈਣੀ ਨੂੰ ਤਾਂ ਰਾਹਤ ਨਹੀਂ ਮਿਲੀ, ਪਰ ਕਹਿੰਦੇ ਕਿ ਸਿੱਟ ਦੀ ਰਿਪੋਰਟ ਸੌਂਪ ਕੇ ਸਰਕਾਰ ਨੇ ਆਪਣੇ ਅੰਦਰ ਇੱਕ ਨਵਾਂ ਕਸਮਾਨ ਪਾ ਲਿਆ। ਕੁਬਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਦਾ ਕੀ ਹੋਏਗਾ, ਇਸ ਨੂੰ ਲੈ ਕੇ ਚਰਚਾ। ਤੇ ਇਸ ਸਭ ਦੇ ਦਰਮਿਆਨ ਚਰਚਾ ਦੇ ਹੋਰ ਕਈ ਪਹਿਲੂ ਨੇ, ਅਸੀਂ ਉਹਨਾਂ 'ਤੇ ਵੀ ਚਰਚਾ ਕਰਾਂਗੇ। ਖਾਸ ਕਰਕੇ ਪੰਜਾਬ ਦੇ ਵਿੱਚ ਡੀਜੀਪੀ ਨੂੰ ਲੈ ਕੇ ਇੱਕ ਵਾਰ ਫਿਰ ਨਵੀਂ ਉਥਲ ਪੁਥਲ ਹੈ, ਸੋ ਸਾਰੇ ਪਹਿਲੂਆਂ 'ਤੇ ਚਰਚਾ ਕਰਾਂਗੇ। ਚਰਚਾ ਕਰ ਲਈ ਸੀਨੀਅਰ ਪੱਤਰਕਾਰ ਜੈ ਸਿੰਘ ਛਿਬਰੀ ਸਾਡੇ ਨਾਲ ਨੇ, ਸਹੁੰ ਚੁੱਕ ਸਮਾਗਮ 'ਚ ਵੀ ਹਾਜ਼ਰ ਸੀ। ਐਮਐਲਏ ਨਾਲ ਨਿੱਜੀ ਤੌਰ 'ਤੇ ਵੀ ਗੱਲਬਾਤ ਹੁੰਦੀ ਰਹਿੰਦੀ ਆ, ਸੋ ਉੱਥੇ ਕੀ ਭਾਵਨਾਵਾਂ ਸੀਗੀਆਂ ਜਿਹੜੇ ਰਹਿ ਗਏ ਉਹਨਾਂ ਦੀਆਂ ਔਰ ਜਿਹੜੇ ਬਣ ਗਏ ਉਹਨਾਂ ਦੀਆਂ। ਸੋ ਸਾਰੇ ਪਹਿਲੂਆਂ 'ਤੇ ਕਰਾਂਗੇ ਚਰਚਾ। ਅਤੇ ਅਸੀਂ ਸਵਾਗਤ ਕਰਦੇ ਹਾਂ ਛਿੱਬਰ ਸਾਹਿਬ ਦਾ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਦੀਪਕ ਜੀ। ਭਾਜੀ, ਮੈਂ ਨਵੇਂ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਤੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਦਾ। ਤੁਸੀਂ ਉਸ ਮੌਕੇ 'ਤੇ ਹਾਜ਼ਰ ਸੀ। ਪੁਰਾਣੀ ਕੈਬਨਿਟ ਮੁਰਲੀ ਕਤਾਰ 'ਚ ਬੈਠੀ ਸੀ, ਮੁੱਖ ਮੰਤਰੀ ਸਾਹਿਬ ਨਾਲ ਬੈਠੇ ਸੀਗੇ ਉੱਪਰ ਗਵਰਨਰ ਸਾਹਿਬ ਦੇ, ਅਤੇ ਉਸ ਤੋਂ ਬਾਅਦ ਨਵੇਂ ਬਣ ਰਹੇ ਸੀਗੇ ਅਤੇ ਉਹਨਾਂ ਦੇ ਚਿਹਰਿਆਂ 'ਤੇ ਨੂਰ, ਖੁਸ਼ੀ, ਪਰਿਵਾਰ 'ਚ ਖੁਸ਼ੀ ਨਜ਼ਰ ਆ ਰਹੀ ਸੀ। ਪਰ ਬਾਕੀਆਂ ਨੇ ਵੀ ਕਿਹਾ ਕਿ ਪਾਰਟੀ ਦੇ ਸਿਪਾਹੀ ਹਾਂ, ਜਿੱਥੇ ਪਾਰਟੀ ਕਹੋ ਉੱਥੇ ਖੜਾਂਗੇ। ਪਰ ਨਵੇਂ ਮੰਤਰੀ ਮੰਡਲ ਦੀ ਉਸ ਹਵਾਲੇ ਨਾਲ ਕਿ ਉਹਨਾਂ ਨੂੰ ਜਿਵੇਂ ਚੁਣਿਆ ਗਿਆ ਕਿ ਇੱਕ ਬੀਬੀ ਲੈਣੀ ਆ, ਇੱਕ ਰਾਏ ਸਿੱਖ ਭਾਈਚਾਰੇ 'ਚੋਂ ਲੈਣਾ, ਇੱਕ ਹਿੰਦੂ ਲੈ ਲਿਆ, 3 ਸਿੱਖ ਚਿਹਰੇ ਲੈ ਲਏ, ਜਾਂ ਇਹ ਮਾਝੇ ਵਾਲੇ ਹੋ ਗਏ ਜੀ, ਇਹ ਮਾਲਵੇ ਵਾਲੇ ਹੋ ਗਏ, ਉਹ ਸਾਰੀ ਬਣਤਰ ਨੂੰ ਕਿਵੇਂ ਦੇਖਦੇ ਹੋ ਕਿ ਸਰਕਾਰ ਨੇ ਸਾਰਾ ਗੁਣੂਆ ਠੀਕ ਫਿੱਟ ਬੈਠਿਆ? ਦੀਪਕ ਜੀ, ਪਹਿਲੀ ਗੱਲ ਤਾਂ ਇਹ ਆ ਕਿ ਤਰੱਕੀ ਹਰ ਇਨਸਾਨ ਚਾਹੁੰਦਾ ਹੈ। ਜਿਹੜਾ ਵੀ ਕੋਈ ਜਿੱਤ ਕੇ ਆਉਂਦਾ ਹੈ ਉਹ ਸੋਚਦਾ ਹੈ ਕਿ ਮੈਨੂੰ ਇਹ ਝੰਡੀ ਵਾਲੀ ਕਾਰ ਮਿਲੇ। ਪਿਛਲੀਆਂ ਸਰਕਾਰਾਂ ਨਾਲੋਂ ਇਸ ਸਰਕਾਰ ਦੇ ਵਿੱਚ ਬਹੁਤ ਕੁਝ ਵੱਖਰਾ ਹੋ ਰਿਹਾ ਹੈ। ਦਿਖਦਾ ਹੋਰ ਕੁਛ ਆ, ਦਿਖਾਇਆ ਹੋਰ ਕੁਛ ਜਾ ਰਿਹਾ, ਪੜ੍ਹਦੇ ਦੇ ਪਿੱਛੇ ਕੁਝ ਹੋਰ ਆ। ਇਹ ਗੱਲ ਹੁਣ ਪੰਜਾਬ ਦੀ ਅਫਸਰਸ਼ਾਹੀ ਨੂੰ ਵੀ ਪਤਾ ਹੈ, ਜਿਹੜੇ ਵੱਡੇ ਬਿਊਰੋਕਰੇਟ ਨੇ, ਪੁਲਿਸ ਅਫਸਰ ਕਹਿ ਲਓ, ਉਹਨਾਂ ਨੂੰ ਵੀ ਪਤਾ। ਰਾਜਨੀਤਿਕ ਲੋਕ ਤਾਂ ਪਹਿਲਾਂ ਹੀ ਆਮ ਲੋਕਾਂ ਨਾਲੋਂ ਵੱਖਰੀ ਸੋਚ ਰੱਖਦੇ ਨੇ, ਜ਼ਿਆਦਾ ਸੋਚਦੇ ਨੇ। ਹੁਣ ਇਹਨਾਂ ਦੇ ਵਲੰਟੀਅਰ ਜੀ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਅਸਲ ਤੇ ਨਕਲ ਦੇ ਵਿੱਚ ਕਿੱਥੇ ਫਰਕ ਹੋ ਰਿਹਾ। ਰਹੀ ਗੱਲ ਜਿਹੜੀ ਤੁਸੀਂ ਸਹੁੰ ਚੁੱਕ ਸਮਾਗਮ ਦੀ ਕੀਤੀ ਆ, ਹੁਣ ਤੱਕ ਦੀਆਂ ਸਰਕਾਰਾਂ ਜਦੋਂ ਮੰਤਰੀ ਮੰਡਲ ਵਿੱਚ ਥਹੁੰ ਦਿੰਦੇ ਆ, ਹੁਣ ਦੇਖੋ ਕਾਨੂੰਨ ਦੇ ਮੁਤਾਬਿਕ ਸਿਰਫ 18 ਜਿਹੜੇ ਮੰਤਰੀ ਆ ਉਹ ਬਣਨੇ ਆ, ਮੁੱਖ ਮੰਤਰੀ ਸਮੇਤ। ਪਹਿਲਾਂ ਤਾਂ ਬੇਅੰਤ ਸਿੰਘ ਦੀ ਸਰਕਾਰ ਦੇ ਸਮੇਂ ਤੱਕ ਜਿਹਦਾ ਦੌ ਲੱਗਦਾ, ਜਿਹਦੇ ਨਾਲ ਮੁੱਖ ਮੰਤਰੀ ਦੀ ਸੂਟ ਆ ਉਹਨੂੰ ਮਤਲਬ ਬਣਾਉਂਦੇ ਰਹੇ। ਹੁਣ ਉਹ 18 ਦੇ ਵਿੱਚ ਜਦੋਂ ਵੀ ਕੋਈ ਪਾਰਟੀ ਬਣਾਉਂਦੀ ਸੀਗੀ, ਉਹਦੇ 'ਚ ਦੇਖਿਆ ਜਾਂਦਾ ਤਾਂ ਕਿ ਇਹ 5 ਵਾਰ ਜਿੱਤਿਆ ਹੋਇਆ, 4 ਵਾਰ ਜਿੱਤਿਆ ਹੋਇਆ, 3 ਵਾਰ ਜਿੱਤਿਆ ਹੋਇਆ। ਫਿਰ ਧਰਮ ਨੂੰ, ਕਾਸਟ ਨੂੰ, ਇਲਾਕੇ ਨੂੰ, ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਤਾਂ ਕਿਹਨੂੰ ਨੁਮਾਇੰਦਗੀ ਦੇਣੀ ਆ। ਮਾਝਾ, ਮਾਲਵਾ, ਦੁਆਬਾ, ਪੁਆਧ ਅਤੇ ਕਿਹੜੇ ਖੇਤਰ ਦੇ, ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਹੀ ਰੱਖ ਕੇ ਇੱਕ ਮੰਤਰੀ ਬਣਾਇਆ ਜਾਂਦਾ ਸੀਗਾ। ਇਹ ਨਹੀਂ ਹੈਗਾ ਵੀ ਮੰਤਰੀ ਇੱਕ ਯਾਰ ਖੜਾਉਣਾ, ਯਾਰ ਜਿਹਨੂੰ ਦੇ ਤਾਂ ਤੁਸੀਂ ਚਲਾ ਲੈਂਗੇ। ਇੱਕ ਆਪਣੇ ਆਪ ਦੇ ਵਿੱਚ ਇੱਕ ਡਿਪਾਰਟਮੈਂਟ ਚਲਾਉਣਾ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਉਸ ਸੀਟ ਪਰ ਬੈਠ ਕੇ ਬਹੁਤ ਹੀ ਮਹੱਤਵਪੂਰਨ ਫੈਸਲੇ ਆ ਜਿਹੜੇ ਪੰਜਾਬ ਵਾਸੀਆਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਹਿੱਤ ਵਿੱਚ ਲੈਣੇ ਹੁੰਦੇ ਆ। ਤੁਸੀਂ ਅਜਿਹੀਆਂ ਪਾਲਿਸੀਆਂ ਲੈ ਕੇ ਆਉਣੀਆਂ ਹੁੰਦੀਆਂ ਜਿਹਦੇ ਨਾਲ ਲੋਕ ਵੀ ਖੁਸ਼ ਰਹਿਣ ਅਤੇ ਜਿਹੜਾ ਪੰਜਾਬ ਆ ਉਹ ਆਰਥਿਕ ਤੌਰ 'ਤੇ ਮਜ਼ਬੂਤ ਹੋਵੇ, ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਬਿਲਕੁਲ। ਪਰ ਇਸ ਸਰਕਾਰ ਨੇ ਜਿਹੜੇ ਮੰਤਰੀ ਬਣਾਏ ਨੇ, ਜੇ ਆਪਾਂ ਪੁਰਾਣਿਆਂ ਦੀ ਗੱਲ ਕਰੀਏ ਤਾਂ ਪੁਰਾਣਿਆਂ ਦੇ ਵਿੱਚ ਪਹਿਲਾਂ ਹਰਪਾਲ ਸਿੰਘ ਚੀਮਾ ਅਤੇ ਆਪਣੇ ਬਰਨਾਲੇ ਵਾਲੇ ਗੁਰਮੀਤ ਸਿੰਘ ਮੀਤ, ਸਿਰਫ 2 ਮੰਤਰੀਆਂ ਦਾ ਪੁਰਾਣਿਆਂ ਦਾ ਜਿਹੜੇ ਦੂਜੀ ਵਾਰੀ ਆਏ, ਉਹਨਾਂ ਦਾ ਉਹ ਲੱਗਿਆ। ਜਦੋਂ ਸਰਕਾਰ ਪਹਿਲੀ ਵਾਰੀ ਬਣੀ ਆ, ਕੁਝ ਐਮਐਲਏ ਤੇ ਤਾਂ ਉਦੋਂ ਸਾਰੇ ਜਿਹੜੇ ਸੀਨੀਅਰ ਸੀਗੇ ਜਿਨ੍ਹਾਂ ਨੇ ਸਰਕਾਰ ਦੇ ਵਿੱਚ ਪਿਛਲੀ ਸਰਕਾਰ ਦੇ ਵਿੱਚ ਔਖੇ ਸਮੇਂ ਪਾਰਟੀ ਨੂੰ ਬਚਾ ਕੇ ਰੱਖਿਆ। ਇੱਕ ਨੌਬਤ ਇਹ ਆ ਗਈ ਸੀਗੀ ਕਿ ਪਾਰਟੀ 2 ਫਾੜ ਹੋਣ ਲੱਗੀ ਸੀਗੀ, ਹੋ ਗਈ, ਕਾਂਗਰਸ ਜਾ ਰਹੇ ਸੀ, ਚਲੇ ਗਏ। ਕੁਝ ਦੇਖੋ ਪਹਿਲਾਂ 2 ਫਾੜ ਹੋਈ, 2 ਗਰੁੱਪ ਹੋਏ, ਫਿਰ ਇੱਕ ਧੜਾ, ਫਿਰ ਉਹਨਾਂ 'ਚੋਂ ਵੀ 2 ਫਾੜ ਹੋ ਕੇ ਕਾਂਗਰਸ ਵਿੱਚ ਚਲੇ ਗਏ। ਉਸ ਸਮੇਂ ਵੀ ਜਿਹੜੇ ਲੋਕ ਪਾਰਟੀ ਦੇ ਨਾਲ ਖੜੇ ਰਹੇ, ਜਿਨ੍ਹਾਂ ਨੇ ਪਾਰਟੀ ਦੀ ਵਿਚਾਰਧਾਰਾ ਨੂੰ ਕਹਿ ਲਓ ਜਾਂ ਪਾਰਟੀ ਦੀਆਂ ਨੀਤੀਆਂ ਨੂੰ ਕਹਿ ਲਓ, ਪਾਰਟੀ ਦੀਆਂ ਗਤੀਵਿਧੀਆਂ ਨੂੰ ਸੈਸ਼ਨ ਦੇ ਵਿੱਚ ਘੇਰਦੇ ਰਹੇ ਜਾਂ ਉਹਨਾਂ ਨੂੰ ਅਣਗੌਲਿਆ ਕੀਤਾ।
ਹੁਣ ਸਿਰਫ ਫਿਰ ਅਮਨ ਅਰੋੜਾ ਜਿਹੜੇ ਉਹਨੂੰ ਬਣੇ। ਲੈ ਕੇ ਆਏ। ਹੁਣ ਤੁਸੀਂ ਉਹ ਦੇਖੋ, ਪਤਾ ਨਹੀਂ ਪਾਰਟੀ ਨੇ ਕਿਸ ਪੱਧਰ ਤੇ ਚੁਆਇਸ ਕੀਤੀ ਹੈ। ਦੇਖੋ ਅਮਨ ਅਰੋੜਾ ਜਿਹੜਾ ਬਹੁਤ ਵਧੀਆ ਬੁਲਾਰੇ ਆ, ਜਦੋਂ ਆਪੋਜੀਸ਼ਨ ਦੇ ਵਿੱਚ ਸੀਗੇ ਉਦੋਂ ਵੀ ਸਰਕਾਰ ਨੂੰ ਘੇਰਦੇ ਰਹੇ। ਇਸ ਹੁਣ ਤਾਜ਼ਾ ਜਿਹੜਾ ਬਜਟ ਸੈਸ਼ਨ ਹੋਇਆ ਉਹਦੇ ਵਿੱਚ ਵੀ ਉਹਨਾਂ ਨੇ ਆਪਣੀ ਗੱਲ ਆ ਜਿਹੜੀ ਬਖੂਬੀ ਹੈ, ਢਾਲ ਬਣਦੇ ਰਹੇ ਢਾਲ ਬਣਦੇ ਰਹੇ, ਸਰਕਾਰ ਨੂੰ ਬਚਾਉਣ ਦਾ ਉਹਨਾਂ ਨੇ ਯਤਨ ਕੀਤਾ। ਭਾਵੇਂ ਕਿ ਕਈ ਵਾਰੀ ਉਹ ਜ਼ਿਆਦਾ ਉਛਲ ਕੇ ਇੱਕ ਦੋ ਵਾਰੀ ਜ਼ਿਆਦਾ ਬੋਲ ਪਏ, ਸਪੀਕਰ ਸਾਹਿਬ ਨੂੰ ਵੀ ਥੋੜਾ ਉਹ ਸਖਤੀ ਜੀ ਵਰਤਣੀ ਪਈ, ਪਰ ਕੁੱਲ ਮਿਲਾ ਕੇ ਇਹ ਜਿਹੜਾ ਅਮਨ ਅਰੋੜਾ ਹੈ ਇੱਕ ਸਿਆਣੇ ਲੀਡਰ ਦੇ ਤੌਰ ਤੇ ਜਾਣਿਆ ਜਾ ਰਿਹਾ। ਤੇ ਇਦਾਂ ਹੀ ਹਰਪਾਲ ਸਿੰਘ ਚੀਮਾ ਤੇ ਮੀਤ ਹੇਰ, ਉਹਨਾਂ ਦੀ ਜਿਹੜੀ ਭੂਮਿਕਾ ਤੀ ਸੈਸ਼ਨ ਦੇ ਵਿਚਕਾਰ ਉਹ ਵੀ ਬਹੁਤ ਹੀ ਵਧੀਆ ਰਹੀ। ਜੇ ਬਾਕੀ ਦੇ ਆਪਾਂ ਮੰਤਰੀ ਦੇਖੀਏ ਉਹ ਲਗਭਗ ਘਿਰਦੇ ਹੀ ਰਹੇ, ਕਿਰਕਰੀ ਹੁੰਦੀ ਰਹੀ। ਆਪੋਜੀਸ਼ਨ ਨੇ ਕਈ ਜਗ੍ਹਾ ਉਹਨਾਂ ਦੀ ਕਿਰਕਰੀ ਕਰੀ, 1 2 3 ਮੰਤਰੀਆਂ ਨੂੰ ਛੱਡ ਕੇ। ਹੁਣ ਇਸ ਜਿਹੜੀ ਨਵੇਂ ਉਹ ਆ ਡਾਕਟਰ ਇੰਦਰਵੀਰ ਸਿੰਘ ਨੇ, ਉਹ ਸਿਆਣੇ ਨੇ, ਪੜ੍ਹੇ ਲਿਖੇ ਨੇ, ਮਾਝੇ ਨੂੰ ਨੁਮਾਇੰਦਗੀ ਮਿਲੀ। ਪਹਿਲੀ ਵਾਰੀ ਹੋਇਆ ਕਿ ਮਾਝੇ ਦੇ ਵਿੱਚ ਜਿਹੜੇ 6 ਮੰਤਰੀ ਆ ਉਹ ਹੁਣ ਮਾਝੇ ਦੇ ਬਣ ਗਏ। ਅੱਗੇ ਮਾਲਵੇ ਦੀ ਸਰਦਾਰੀ ਹੁੰਦੀ ਸੀ, ਮਾਲਵੇ ਦੇ ਵੀ ਚਲੋ ਮੁੱਖ ਮੰਤਰੀ ਸਮੇਤ 5 ਬਣ ਗਏ ਨੇ, ਪਰ ਜਿਹੜੇ ਬਾਕੀ ਦੇ ਜਿਵੇਂ ਲੁਧਿਆਣਾ ਜ਼ਿਲ੍ਹਾ ਹੋ ਗਿਆ, ਠੀਕ ਆ, ਇਹ ਆਪਣਾ ਲੁਧਿਆਣੇ ਦੇ ਬਾਅਦ ਹੋ ਗਿਆ, ਪਟਿਆਲੇ ਦੇ ਵਿੱਚ ਇਹਨਾਂ ਨੇ ਜੋੜੇ ਮਾਜਰੇ ਨੂੰ ਲੈ ਲਿਆ, ਸੁਨਾਮ ਦੇ ਵਿੱਚ ਇਹਨਾਂ ਨੇ ਜਿਹੜਾ ਪਟਿਆਲਾ ਬਣ ਕੇ, ਸੰਗਰੂਰ ਦੇ ਵਿੱਚ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਹੋ ਗਏ, ਬਰਨਾਲੇ ਦੇ ਵਿੱਚ ਮੀਤ ਹੇਰ ਹੋ ਗਏ, ਫਿਰ ਚੀਮਾ ਜੀ ਹੋ ਗਏ, ਤੇ ਇਹ ਨਾਲ ਫਿਰ ਅਮਨ ਹੋ ਗਿਆ। ਇੱਦਾਂ ਹੀ ਜਿਹੜੀ ਬਾਕੀ ਭਾਈਚਾਰੇ ਦੀ ਨੁਮਾਇੰਦਗੀ ਕਿਤੇ ਨਾ ਕਿਤੇ ਫਿਰ ਵੀ ਉਹਨਾਂ ਨੂੰ ਇਹਨਾਂ ਨੇ ਆਪਣੀ, ਭਾਵੇਂ ਕਿ ਆਪਣੇ ਵੱਲੋਂ ਪੂਰੀ ਜੁਗਲਬੰਦੀ ਬਣਾਈ ਆ, ਪਰ ਕਿਤੇ ਨਾ ਕਿਤੇ ਹੋਰ ਭਾਈਚਾਰੇ ਦੇ ਲੋਕ ਵੀ ਰਹਿੰਦੇ ਨੇ। ਹੁਣ ਲੋਕਾਂ ਨੂੰ ਇਸ ਗੱਲ ਦੀ ਥੋੜ੍ਹੀ ਜਿਹੀ ਰੜਕ ਰਹੀ ਆ ਕਿ ਪ੍ਰੋਫੈਸਰ ਬਲਜਿੰਦਰ ਕੌਰ ਹੋਣੀ ਕਿਹੜੇ ਪਾਰਟੀ ਦੇ ਨਾਲ ਪੁਰਾਣੇ ਖੜੇ ਤੇ ਇੱਕ ਉਹਨਾਂ ਨੂੰ ਪੜ੍ਹਾਉਣ ਦਾ, ਸਿਸਟਮ ਨੂੰ ਸਮਝਣ ਦਾ, ਜਾਂ ਸਭ ਤੋਂ ਔਖਾ ਹੁੰਦਾ ਤੁਸੀਂ ਵਿਦਿਆਰਥੀਆਂ ਨੂੰ ਕਿਵੇਂ ਸੈੱਟ ਕਰਕੇ ਰੱਖਦੇ ਹੋ, ਰੋਕ ਕੇ ਰੱਖਣਾ। ਜਿਹੜਾ ਵਿਦਿਆਰਥੀ ਨੂੰ ਰੋਕਿਆ, ਮੈਨੂੰ ਲੱਗਦਾ ਉਹ ਆਪਣੇ ਆਪ ਦੇ ਵਿੱਚ ਇੱਕ ਕਾਬਲੀਅਤ ਹੁੰਦਾ ਵੀ ਕਿ ਉਹ ਸਮਾਜ ਨੂੰ ਵੀ ਜੋੜ ਕੇ ਰੱਖ ਸਕਦਾ, ਵਿਭਾਗ ਵੀ ਚਲਾ ਸਕਦਾ। ਉਹਨਾਂ ਨੂੰ ਇਗਨੋਰ ਕੀਤਾ ਗਿਆ। ਇੱਦਾਂ ਹੀ ਸਰਬਜੀਤ ਕੌਰ ਮਾਣੂਕੇ ਆ ਜਿਹੜੇ ਜਿਨ੍ਹਾਂ ਦਾ ਲੰਬਾ ਤਜਰਬਾ ਹੈ ਅਤੇ ਟੀਚਿੰਗ ਲਾਈਨ ਦੇ ਵਿੱਚ ਉਹ ਰਹੇ ਨੇ। ਇੱਦਾਂ ਹੀ ਪ੍ਰਿੰਸੀਪਲ ਬੁੱਧਰਾਮ ਜਿਹਨੇ 4 MA ਕੀਤੀਆਂ ਹੋਈਆਂ ਨੇ, ਜਿਨ੍ਹਾਂ ਨੂੰ ਫਾਈਨਾਂਸ ਦੀ ਵੀ ਸਮਝ ਆ, ਧਰਮ ਦੀ ਵੀ ਸਮਝ ਆ, ਪੋਲੀਟਿਕਸ ਦੀ ਵੀ ਸਮਝ ਆ। ਜਾਣੀ ਕਿ 3 MA ਉਹਨਾਂ ਨੇ ਕੀਤੀਆਂ, ਰਿਲੀਜੀਅਸ ਦੀ MA ਕੀਤੀ ਹੋਈ ਆ, ਇਕਨੋਮਿਕਸ ਦੀ MA ਕੀਤੀ ਹੋਈ ਆ, ਤੇ ਪੰਜਾਬੀ ਦੀ MA ਕੀਤੀ ਹੋਈ ਹੈ, ਧਰਮ, ਇੱਦਾਂ ਉਹਨਾਂ ਨੇ 3-4 MA ਕੀਤੀਆਂ ਹੋਈਆਂ ਹੈਗੀਆਂ ਨੇ। ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਗਨੋਰ ਕੀਤਾ ਗਿਆ। ਇੱਦਾਂ ਹੀ ਲੋਕਾਂ ਨੂੰ ਬਹੁਤ ਉਮੀਦ ਸੀਗੀ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਜਦੋਂ ਉੱਥੇ ਆਏ ਸੀਗੇ ਕੇਜਰੀਵਾਲ ਜੀ, ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਜਿਤਾਓ ਤੇ ਇਹਨਾਂ ਨੂੰ ਮੰਤਰੀ ਬਣਾਵਾਂਗੇ, ਗ੍ਰਹਿ ਵਿਭਾਗ ਸੌਂਪਾਂਗੇ। ਉਹ ਉਹਨਾਂ ਨੂੰ ਗ੍ਰਹਿ ਵਿਭਾਗ ਦਾ ਕੀ ਸੌਂਪਣਾ, ਤੁਹਾਨੂੰ ਹਲੇ ਕੈਬਨਿਟ ਵਿੱਚ ਥਾਂ ਨਹੀਂ ਮਿਲੀ। ਦੂਜੇ ਪਾਸੇ ਬਿਲਕੁਲ ਹੀ ਨਵੇਂ, ਮੈਨੂੰ ਆਪਾਂ ਇਸ ਗੱਲ ਦਾ ਵਿਰੋਧ ਨਹੀਂ ਕਰਦੇ, ਨਾ ਸਾਨੂੰ ਇਸ ਗੱਲ ਦੇ ਵਿੱਚ ਕਿਸੇ ਤਰ੍ਹਾਂ ਦੀ ਰੇੜਕੇ ਦੇ ਵਿੱਚ ਪੈਣ ਦੀ ਜ਼ਰੂਰਤ ਹੈ, ਪਰ ਲੋਕਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਜਿਹੜੀ ਬੀਬਾ ਅਨਮੋਲ ਗਗਨਮਾਨ ਆ, ਇਹਨਾਂ ਨੂੰ ਕਿਸ ਆਧਾਰ 'ਤੇ ਕੈਬਨਿਟ ਦੇ ਵਿੱਚ ਥਾਂ ਮਿਲੀ ਹੈ। ਜਦੋਂ ਕਿ ਪੜ੍ਹੇ ਹੋਏ ਤਾਂ ਹੁਣ ਮੋਗੇ ਤੋਂ ਜਿਹੜੇ ਵਿਧਾਇਕ ਨੇ ਜੀ, ਅੰਮ੍ਰਿਤਸਰ ਤੋਂ ਵਿਧਾਇਕ ਨੇ ਜਿਨ੍ਹਾਂ ਨੇ ਬਿਕਰਮ ਸਿੰਘ ਮਜੀਠੀਏ ਨੂੰ ਤੇ ਨਵਜੋਤ ਸਿੱਧੂ ਹੋਰਾਂ ਨੂੰ ਹਰਾਇਆ, ਉਹ ਵੀ ਡਾਕਟਰ ਨੇ। ਇੱਦਾਂ ਹੀ ਪਟਿਆਲੇ ਤੋਂ ਡਾਕਟਰ ਬਲਬੀਰ ਸਿੰਘ ਸੀਗੇ, ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਹੈਗੇ ਨੇ, ਕਈ ਇਹਨਾਂ ਕੋਲ ਇੰਜੀਨੀਅਰ ਨੇ, ਮਨਜਿੰਦਰ ਜਿਹੜਾ ਗਿਆਸਪੁਰਾ ਜੀ ਹੋ ਗਏ। ਇੱਦਾਂ ਇਹਨਾਂ ਕੋਲ ਬਹੁਤ ਜ਼ਿਆਦਾ ਬੰਦੇ ਜਿਹੜੇ ਪੜ੍ਹੇ ਲਿਖੇ ਹੈਗੇ ਸੀਗੇ, ਜਿਹੜਿਆਂ ਨੂੰ ਅੱਗੇ ਲਿਆਇਆ ਜਾ ਸਕਦਾ ਸੀਗਾ। ਜੇ ਬੀਬੀਆਂ 'ਚੋਂ ਹੀ ਲੈਣਾ ਸੀਗਾ, ਬੀਬੀਆਂ 'ਚ ਵੀ ਇਹਨਾਂ ਕੋਲ ਬਹੁਤ ਕਾਬਲੀਅਤ ਵਾਲੇ ਜਿਹੜੇ ਵਿਧਾਇਕ ਨੇ ਉਹ ਹੈਗੇ ਸੀ। ਪਰ ਇਹ ਹੁਣ ਸਾਰਾ ਇਹ ਦੇਖ ਕੇ ਚੱਲ ਰਿਹਾ ਹੈ ਕਿ ਕਿਹੜਾ ਦਿੱਲੀ ਦਰਬਾਰ ਦੇ ਨੇੜੇ ਆ। ਵੱਡੀ ਗੱਲ ਇਹ ਹੈ ਕਿ ਕਿਹੜਾ ਦਿੱਲੀ ਦਰਬਾਰ ਦੇ ਨੇੜੇ ਆ, ਤੇ ਇਹ ਅਫਸਰਸ਼ਾਹੀ ਨੂੰ ਵੀ ਸਮਝ ਲੱਗ ਪਈ ਤੇ ਲੋਕਾਂ ਨੂੰ ਵੀ ਸਮਝਣ ਲੱਗ ਪਈ ਕਿ ਦਿੱਲੀ ਦਰਬਾਰ ਸਿਰਫ ਅਜਿਹੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦਾ ਹੈ, ਅਜਿਹੇ ਲੋਕਾਂ ਨੂੰ ਕੁਰਸੀ ਪਰ ਬਿਠਾਉਣਾ ਚਾਹੁੰਦਾ ਹੈ ਜਿਹੜਾ ਹਮੇਸ਼ਾ ਦਿੱਲੀ ਦਰਬਾਰ ਦੇ ਅੱਗੇ ਸੀਸ ਝੁਕਾਉਂਦਾ ਰਹੇ, ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦਾ ਰਹੇ। ਜਿਹੜੀ ਫਾਈਲ ਪਰ ਦਿੱਲੀ ਦਰਬਾਰ ਨੇ ਓਕੇ ਕਰਤਾ, ਉੱਥੇ ਅੱਖਾਂ ਮਿਚ ਕੇ ਇਹ ਦਸਤਖਤ ਕਰਦੇ ਹਨ। ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਇਹਨਾਂ ਦੇ ਵਿੱਚ ਹੁਣ ਕੁਝ ਕੁ ਨੂੰ ਛੱਡ ਕੇ ਜੇ ਆਪਾਂ ਦੇਖੇ ਬਣਾਏ, ਮੈਨੂੰ ਨਹੀਂ ਲੱਗਦਾ ਕੋਈ ਉੱਥੇ ਕੋਈ ਆਨਾਕਾਨੀ ਕਰ ਦੇਣਗੇ ਕਿ ਇਹਦੇ ਵਿੱਚ ਇਹ ਕਰਨਾ ਹੈ। ਸਮਾਜ ਨੂੰ ਚਲਾਉਣ ਵਾਸਤੇ, ਸੂਬੇ ਨੂੰ ਚਲਾਉਣ ਵਾਸਤੇ ਬਹੁਤ ਵੱਡੀ ਕਾਬਲੀਅਤ ਦੀ ਲੋੜ ਹੁੰਦੀ ਆ, ਜਾਂ ਦ੍ਰਿੜ ਫੈਸਲੇ ਲੈਣੇ ਹੁੰਦੇ ਨੇ। ਕਈ ਜਗ੍ਹਾ ਤੁਹਾਨੂੰ ਅਫਸਰ ਆ ਜਿਹੜੇ ਜਾਣ ਬੁੱਝ ਕੇ ਗੁੰਮਰਾਹ ਕਰਦੇ ਨੇ। ਕਈ ਵਾਰੀ ਸਿਆਣੇ ਲੀਡਰਾਂ ਜਿਹੜਿਆਂ ਨੇ
ਕਈ ਵਾਰੀ ਮੰਤਰੀ ਬਣੇ ਨੇ ਜਾਂ ਜਿਨ੍ਹਾਂ ਦਾ ਸਿਆਸਤ ਵਿੱਚ ਵੱਡਾ ਤਜਰਬਾ ਹੈ, ਕਈ ਅਫਸਰ ਵੀ ਨੇ, ਬਹੁਤ ਸਿਆਣੇ ਅਫਸਰ ਨੇ, ਜਦੋਂ ਨਾਲ ਰਾਬਤਾ ਕੀਤੀ ਦਾ ਜਿਹੜੇ ਸਾਬਕਾ ਅਫਸਰ ਨੇ, ਉਹਨਾਂ ਦੀ ਇੱਕੋ ਗੱਲ ਹੁੰਦੀ ਹੈ ਕਿ ਜਿਹੜੇ ਥੱਲੜੇ ਮੁਲਾਜ਼ਮ ਨੇ ਉਹ ਅਜਿਹੀ ਫਾਈਲ ਪੇਸ਼ ਕਰਦੇ ਨੇ ਜਿਨ੍ਹਾਂ ਦਾ ਉਹਦੇ ਨਾਲ ਹਿੱਤ ਜੁੜਿਆ ਹੋਇਆ ਹੁੰਦਾ ਹੈ, ਜਾਂ ਜੋ ਚਾਹੁੰਦੇ ਨੇ ਕਿ ਇਹ ਫਾਈਲ ਨਿਕਲ ਜਾਏ। ਕਈ ਫਾਈਲਾਂ ਜਿਹੜੀਆਂ ਉਹ ਨਾ ਚਾਹੁੰਦੇ ਨੇ ਉਹ ਦਬਾ ਕੇ ਰੱਖਦੇ ਨੇ, ਕਈ ਵਾਰੀ ਪੇਸ਼ ਹੀ ਨਹੀਂ ਕਰਦੇ। ਅਫਸਰਾਂ ਨੂੰ ਬਹੁਤ ਵਾਰੀ ਕਹਿਣਾ ਪੈਂਦਾ ਉਹ ਫਾਈਲ ਕਿੱਥੇ ਗਈ, ਕਰਦੇ ਆ ਜੀ ਸਰ ਪੇਸ਼ ਕਰਦੇ, ਸਰ ਇੱਥੇ ਹੀ ਪਈ ਤੀ, ਸਰ ਇੱਥੇ ਹੀ ਪਈ ਤੀ, ਕੋਈ ਨਾ ਸਰ ਪੇਸ਼ ਕਰਦੇ, ਸਮਾਂ ਲਗਾਉਂਦੇ ਨੇ। ਇੱਦਾਂ ਹੀ ਅਫਸਰ ਨੇ, ਅਫਸਰ ਵੀ ਮੰਤਰੀ ਕੋਲ ਉਹ ਫਾਈਲ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਕਿਤੇ ਨਾ ਕਿਤੇ ਉਹ ਚਾਹੁੰਦੇ ਨੇ ਕਿ ਇਹ ਕੰਮ ਹੋ ਜਾਵੇ ਜਾਂ ਇਹ ਕੰਮ ਨਾ ਹੋਵੇ। ਉਹਦੇ ਵਿੱਚ ਤੁਸੀਂ ਕਿਸ ਆਧਾਰ 'ਤੇ ਫੈਸਲੇ ਲੈਣੇ ਨੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਪ੍ਰੈਕਟਿਸ ਦੀ ਲੋੜ ਹੁੰਦੀ ਆ। ਹੁਣ 3 ਮਹੀਨੇ ਹੋਏ, 107 ਦਿਨ ਹੋਏ ਸਰਕਾਰ ਬਣੀ, 108 ਦਿਨ, ਠੀਕ ਆ। 108 ਦਿਨ ਦੇ ਵਿੱਚ ਤੁਸੀਂ ਪਹਿਲੀ ਵਾਰੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਸਿਆਸਤ ਦੇ ਵਿੱਚ ਕਦੇ ਲੰਬੀ ਸਿਆਸਤ ਨਹੀਂ, 3-4 ਸਾਲ ਤੋਂ ਜਾਂ ਕਹਿ ਲਓ 2.5 ਸਾਲ ਤੋਂ, 2 ਸਾਲ ਤੋਂ, 3 ਸਾਲ ਤੋਂ, ਕੋਈ 4 ਸਾਲ ਤੋਂ ਇਹਦੇ ਨਾਲ ਜੁੜੇ ਹੋਏ ਹੋਣਗੇ, ਜਿਨ੍ਹਾਂ ਨੂੰ ਸਿਆਸੀ ਤਜਰਬਾ ਹੀ ਨਹੀਂ ਹੈਗਾ, ਉਹ ਕਿਵੇਂ ਹੈਂਡਲ ਕਰਨਗੇ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਮੁਲਾਜ਼ਮ ਯੂਨੀਅਨਾਂ ਹੈਗੀਆਂ, ਜੇ ਉਹ ਝੰਡਾ ਚੱਕ ਕੇ ਆ ਜਾਂਦੀਆਂ, ਮੁਲਾਜ਼ਮ ਯੂਨੀਅਨਾਂ ਨੂੰ ਔਖਾ ਬਹੁਤ ਹੋ ਜਾਂਦਾ ਸੈਟਲ ਕਰਨਾ, ਉਹਨਾਂ ਨੂੰ ਮਨਾਉਣਾ, ਫਿਰ ਉਹਨਾਂ ਨੂੰ ਨਜਿੱਠਣਾ ਔਖਾ ਹੋ ਜਾਂਦਾ। ਫਿਰ ਪੰਜਾਬ ਦੇ ਹੋਰ ਬਹੁਤ ਸਾਰੇ ਗੰਭੀਰ ਮਸਲੇ ਨੇ। ਇਸ ਕਰਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ, ਠੀਕ ਹੈ, ਉਹਨਾਂ ਦਾ ਆਪਣਾ ਫੈਸਲਾ ਕਿਵੇਂ ਲੈ ਲਿਆ, ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਤਜਰਬੇਕਾਰ ਸਿਆਣੇ ਬੰਦਿਆਂ ਦੀ ਲੋੜ ਤੀ। ਜਿਵੇਂ ਕਿ ਉਹ ਕਹਿ ਕੇ ਆਏ ਨੇ ਕਿ ਅਸੀਂ ਬਦਲਾਅ ਕਰਨਾ ਹੈ, ਅਸੀਂ ਲੋਕਾਂ ਨੂੰ ਦੂਜੀ ਪਾਰਟੀਆਂ ਦੀ ਰਾਜਨੀਤੀ ਤੋਂ ਜਾਂ ਉਹਨਾਂ ਦੀ ਜਿਹੜੀ ਲਾਈਨ ਆ ਉਹਨਾਂ ਤੋਂ ਹਟ ਕੇ ਇੱਕ ਨਵਾਂ ਰੂਪ ਦੇ ਕੇ ਜਾਣਾ। ਉਹ ਰੂਪ ਦੇਣ ਵਾਸਤੇ ਲੋਕਾਂ ਨੂੰ ਦਿਖਣਾ ਚਾਹੀਦਾ ਸੀ, ਉਹ ਦਿਖ ਨਹੀਂ ਰਿਹਾ। ਛਿੱਬਰ ਜੀ, ਅਜੇ ਵੀ 3 ਕੁਰਸੀਆਂ ਖਾਲੀ ਨੇ। ਉਹਨਾਂ 3 ਕੁਰਸੀਆਂ ਖਾਲੀ ਰੱਖਣ ਦਾ ਮਕਸਦ ਸਿਰਫ ਇਹੀ ਹੈ ਕਿ ਇਹਨਾਂ 'ਚੋਂ ਕੋਈ ਬਾਗੀ ਨਾ ਹੋਵੇ, ਕੋਈ ਮਤਲਬ ਸਾਰਿਆਂ ਨੂੰ ਲੋਲੀਪੌਪ ਦੇ ਕੇ ਰੱਖੇ, ਕੋਈ ਨਾ ਫਿਰ ਵਿਸਥਾਰ ਕਰਾਂਗੇ, ਫਿਰ ਤੁਹਾਡੀ ਵਾਰੀ ਆਊਗੀ, ਇਸ ਲਈ ਹੈ, ਜਾਂ ਉਹਦਾ ਕੋਈ ਹੋਰ ਤਕਨੀਕੀ ਕਾਰਨ ਹੈ ਕਿ ਉਹਨੂੰ ਅਜੇ ਕਿਉਂ ਨਹੀਂ ਭਰਿਆ ਜਾ ਰਿਹਾ। ਇੱਕ ਤਾਂ ਇਹ, ਦੂਸਰਾ ਵਿਭਾਗਾਂ ਨੂੰ ਲੈ ਕੇ ਵੀ ਕੁਝ ਚੱਲ ਰਿਹਾ ਉਥਲ ਪੁਥਲ, ਕਿਉਂਕਿ ਕੁਝ ਮੁੱਖ ਮੰਤਰੀ ਕੋਲ ਜ਼ਿਆਦਾ ਵਿਭਾਗ ਨੇ, ਉਹਨਾਂ 'ਚੋਂ ਕੁਝ ਵਿਭਾਗ ਮਿਲਣੇ ਆ। ਕੀ ਪਹਿਲੇ ਮੰਤਰੀਆਂ 'ਚੋਂ ਵੀ ਕੁਝ ਵਿਭਾਗ ਅਦਲਾ ਬਦਲੀ ਹੋਣ ਦੀ ਕੋਈ ਖਬਰ ਹੈ? ਦੇਖੋ ਇਹ ਗੱਲ ਬਿਲਕੁਲ ਸਹੀ ਆ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਆ ਕਿ 3 ਪੋਸਟਾਂ ਇਸ ਕਰਕੇ ਖਾਲੀ ਰੱਖੀਆਂ ਗਈਆਂ ਤਾਂ ਕਿ ਬੰਦੇ ਹੋਪ ਰੱਖਣ, ਉਮੀਦ ਰੱਖਣ ਕਿ ਹੋ ਸਕਦਾ ਕਿ ਸਾਡੀ ਵਾਰੀ ਅਗਲੀ ਵਾਰ ਆ ਜਾਵੇ। ਕਹਾਵਤਾਂ ਨੇ ਵੀ ਊਂਠ ਦਾ ਬੁੱਲ ਕਦੇ ਤਾਂ ਡਿੱਗੂਗਾ ਹੀ ਨਾ। ਉਸ ਨੂੰ ਦੇਖ ਕੇ ਕਈਆਂ ਨੇ ਹਲੇ ਉਹ ਚੁੱਪ ਰਹਿਣਗੇ ਜਾਂ ਦੇਖਣਗੇ ਕਿ ਸਾਡੀ ਵਾਰੀ ਆ ਰਹੀ ਆ। ਦੂਜੀ ਗੱਲ ਇਹ ਹੈ ਕਿ ਮੈਨੂੰ ਇਹ ਪੂਰੀ ਇਨਫੋਰਮੇਸ਼ਨ ਸੀਗੀ ਕਿ ਜਿਹੜੇ ਮੌਜੂਦਾ ਮੰਤਰੀ ਆ ਉਹਨਾਂ ਵਿੱਚੋਂ 1 ਜਾਂ 2 ਮੰਤਰੀ ਬਦਲੇ ਜਾਣੇ ਸਨ। ਉੱਥੇ ਫਿਰ ਪਾਰਟੀ ਦੇ ਕੁਝ ਬੰਦਿਆਂ ਨੇ ਇਹ ਸੁਝਾਅ ਦਿੱਤਾ ਕਿ ਇੱਕ ਆਪਣਾ ਜਿਹੜੇ MLA ਨੇ, ਮੰਤਰੀ ਸੀਗੇ ਡਾਕਟਰ ਵਿਜੇ ਸਿੰਗਲਾ, ਉਹ ਤਾਂ ਕਰਪਸ਼ਨ ਕੇਸ 'ਚ ਜੇਲ੍ਹ 'ਚ ਚਲੇ ਗਏ। ਜਦੋਂ ਤੁਸੀਂ ਇਹਨੂੰ ਹਟਾ ਕੇ ਇਹਨਾਂ ਦੀ ਜਗ੍ਹਾ ਰੀਸ਼ਫਲਿੰਗ ਕਰਾਂਗੇ, ਨਵੇਂ ਬੰਦੇ ਲੈ ਕੇ ਆਉਂਗੇ, ਤਾਂ ਤੁਸੀਂ ਲੋਕਾਂ ਨੂੰ ਕੀ ਜਵਾਬ ਦਿਓਗੇ? 2 ਮੰਤਰੀ ਜਾਂ 1 ਮੰਤਰੀ ਹੋਰ, ਜਾਂ 2 ਮੰਤਰੀ ਜਾਂ 1 ਮੰਤਰੀ ਆ ਜਿਹੜਾ, ਉਹਨੂੰ ਕਿਉਂ ਹਟਾਏਗਾ? ਮਾਝੇ ਨਾਲ ਸੰਬੰਧਿਤ ਸੀਗਾ ਮੰਤਰੀ ਜਿਹਨਾਂ ਨੂੰ ਹਟਾਇਆ ਜਾਣਾ ਸੀ, ਕਿ ਉਹਨਾਂ ਨੂੰ ਕਿਉਂ ਹਟਾਇਆ ਜਾ ਰਿਹਾ? ਫਿਰ ਉੱਥੇ ਇੱਕ ਜਵਾਬ ਖੜੇ ਹੋਣੇ ਤੇ ਪੋਲੀਟੀਕਲ ਪਾਰਟੀਆਂ ਨੂੰ ਅਟੈਕ ਕਰਨ ਦੇ ਵਾਸਤੇ ਇੱਕ ਮੌਕਾ ਮਿਲਣਾ ਸੀ। ਉਹਦੇ ਕਰਕੇ ਕਿਤੇ ਨਾ ਕਿਤੇ ਫਿਰ ਇਹਨਾਂ ਨੇ ਹਾਲ ਦੀ ਘੜੀ ਟਾਲ ਦਿੱਤਾ। ਮੈਨੂੰ ਲੱਗਦਾ ਹੋ ਸਕਦਾ ਕਿ ਜਦੋਂ 6 ਮਹੀਨੇ ਤੱਕ, ਸਾਲ ਤੱਕ, ਜਦੋਂ ਵੀ ਪਾਰਟੀ ਚਾਹੇ ਉਹ ਕੁਛ ਕਰੇਗੀ, ਤਾਂ ਉਹਦੇ ਵਿੱਚ ਫਿਰ ਜਿਹੜੇ ਇਹ ਮੌਜੂਦਾ ਮੰਤਰੀ ਬਣੇ ਆ, ਇਹਨਾਂ ਦੇ ਵਿੱਚ ਵੀ ਕਈਆਂ ਦੀ ਛੁੱਟੀ ਹੋਵੇਗੀ ਕਿ ਕੁਛ ਨਵੇਂ ਆ ਜਿਹੜੇ ਉਹ ਵੀ ਲਾਵੇਗੀ। ਪਾਰਟੀ ਬਾਰ-ਬਾਰ ਸਭ ਨੂੰ ਮੌਕਾ ਦੇ ਕੇ ਇੱਕ ਤਾਂ ਦਬਾਅ ਬਣਾ ਕੇ ਰੱਖੂਗੀ। ਮੈਨੂੰ ਇਹ ਆ ਵੀ ਆਮ ਆਦਮੀ ਪਾਰਟੀ ਦੀ ਇੱਕ ਟ੍ਰੈਜੇਡੀ ਇਸ ਉਹਨਾਂ ਦੀ ਇੱਕ ਰਣਨੀਤੀ ਆ ਕਿ ਇਹਨਾਂ ਨੂੰ ਡਰਾ ਕੇ ਰੱਖੋ ਆਪਣੇ MLAਆਂ ਨੂੰ, ਕਿ ਇਹ ਜਿਹੜੇ ਹੋਣਗੇ ਇਹਨਾਂ 'ਚੋਂ ਹਟਾ ਦੇਣਗੇ, ਕੁਝ ਨਵੇਂ ਆ ਜਾਣਗੇ। ਜਿਹੜੇ ਨਵੇਂ ਆਉਣਗੇ ਉਹਨਾਂ ਫਿਰ ਡਰ ਹੋਊਗਾ ਕਿ ਯਾਰ ਜੇ ਫਲਾਣੇ ਦੀ ਛੁੱਟੀ ਹੋ ਗਈ, ਜੇ ਸਾਡੀ ਵੀ ਛੁੱਟੀ ਹੋ ਗਈ। ਉਹ ਇਸ ਜਿਹੜੀ ਡਰਾ ਦੀ ਰਾਜਨੀਤੀ ਆ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਜਾਂ ਸੁਪਰੀਮੋ ਆ ਜਿਹੜੇ ਉਹ ਕਰ ਰਹੇ ਨੇ। ਇਸੇ ਕਰਕੇ ਜਿਹੜੀ ਇਹਨਾਂ ਦੀ ਪਾਰਟੀ ਦੀ ਵਿਧਾਇਕ ਨੇ, ਕੁਝ ਕੁ ਤਾਂ ਬੋਲਦੇ ਨੇ, ਨਵੇਂ ਵਿਧਾਇਕ ਬਹੁਤ ਘੱਟ ਬੋਲਦੇ ਨੇ, ਜਾਂ ਮੰਤਰੀ ਆ ਜਾਂ ਹੁਣ ਮੁੱਖ ਮੰਤਰੀ ਉਹ ਦੇਖ ਲਓ ਕਿਵੇਂ ਉਹ ਮੀਡੀਆ ਤੋਂ ਦੂਰ ਰਹਿ ਰਹੇ ਨੇ। ਕਿਉਂਕਿ ਜਿਹੜੀ ਮੀਡੀਆ ਨਾਲ ਜਵਾਬਦੇਹੀ ਆ ਜਾਂ ਮੀਡੀਆ ਨਾਲ ਰੂਬਰੂ ਹੋਣਾ, ਕਿਉਂ ਤੁਸੀਂ ਭੱਜ ਰਹੇ ਆ? ਨਵੇਂ ਫੇਰਬਦਲ ਵੀ ਕੁਝ ਅੰਦਰ ਵਿਭਾਗਾਂ ਦੇ ਵਿੱਚ ਦੇਖੋ, ਜਿੱਥੇ ਤੱਕ ਸੁਣਨ ਦੇ ਵਿੱਚ ਆ ਰਿਹਾ ਜਾਂ ਚਰਚਾਵਾਂ ਚੱਲ ਰਹੀਆਂ ਕਿ ਜਿਹੜੇ ਮੁੱਖ ਮੰਤਰੀ ਦੇ ਕੋਲ ਨੇ ਕਈ ਵੱਡੇ ਵਿਭਾਗ ਆ, ਉਹ ਆ ਜਿਹੜੇ ਇਹਨਾਂ ਨੂੰ ਚੇਂਜ ਕੀਤੇ ਜਾਣਗੇ। ਇੱਦਾਂ ਹੀ ਜਿਹੜੇ ਮੰਤਰੀ ਆ, ਮੌਜੂਦਾ ਮੰਤਰੀ ਆ, ਇਹਨਾਂ ਦੇ ਕੋਲ ਵੀ ਜਿਹੜੇ ਵਿਭਾਗ ਨੇ ਇਹਨਾਂ ਨੂੰ ਬਦਲ ਕੇ ਦੂਜਿਆਂ ਕੋਲ ਦਿੱਤੇ ਜਾਣਗੇ। ਅਮਨ ਅਰੋੜਾ ਨੂੰ ਲੋਕਲ ਬੋਡੀ ਦਿੱਤੇ ਜਾਣ ਦੀ ਜਿਵੇਂ ਸੰਭਾਵਨਾ ਬਣ ਰਹੀ ਆ, ਹਾਂ, ਵੀ ਉਹਨਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਜਾਊਗਾ।
ਐਦਾਂ ਹੀ ਜਿਹੜਾ ਮੀਤ ਹੇਰ ਆ ਉਹਨਾਂ ਕੋਲ ਤੋਂ ਸਪੋਰਟਸ ਤੇ ਕਲਚਰ ਖੋ ਕੇ ਕਲਚਰ ਤਾਂ ਬੈਂਸ ਉਹਨਾਂ ਕੋਲ ਹੈ। ਹਾਂ, ਸਪੋਰਟਸ ਆ ਜਿਹੜਾ ਉਹ ਖੋ ਕੇ ਬੀਬਾ ਅਨਮੋਲ ਗਗਨਮਾਨ ਨੂੰ, ਜਾਂ ਜਿਹੜਾ ਸੱਭਿਆਚਾਰਕ ਮਾਮਲੇ ਵਿਭਾਗ ਆ ਬੈਂਸ ਉਹਨਾਂ ਤੋਂ ਲੈ ਕੇ ਇਹ ਇਹਨਾਂ ਨੂੰ ਦਿੱਤਾ, ਅਨਮੋਲ ਗਗਨਮਾਨ ਨੂੰ ਦਿੱਤਾ ਜਾ ਸਕਦਾ। ਐਦਾਂ ਹੀ ਜਿਹੜੇ ਹਰਪਾਲ ਚੀਮਾ ਜੀ ਉਹਨਾਂ ਕੋਲ ਦੋ ਵਿਭਾਗ ਨੇ, ਫਾਈਨਾਂਸ ਤੇ ਜਿਹੜਾ ਵਿੱਤ ਤੇ ਯੋਜਨਾ ਤੇ ਨਾਲ ਇਹ ਸਹਿਕਾਰਤਾ, ਉਹਦੇ ਵਿੱਚ ਵੀ ਜਿਹੜਾ ਸਹਿਕਾਰਤਾ ਵਿਭਾਗ ਆ ਉਹ ਬਦਲਿਆ ਜਾ ਸਕਦਾ। ਪਰ ਇੱਦਾਂ ਹੀ ਜਿਹੜੇ ਕੁਲਦੀਪ ਧਾਲੀਵਾਲ ਨੇ ਉਹਨਾਂ ਕੋਲ ਪੰਚਾਇਤ ਤੇ ਪਸ਼ੂ ਪਾਲਣ ਮਹਿਕਮਾ, ਜਿਹੜਾ ਉੱਥੇ ਦੇ ਪਸ਼ੂ ਪਾਲਣ ਮਹਿਕਮਾ ਉਹ ਲੈ ਕੇ ਉਹਨਾਂ ਨੂੰ ਜਿਹੜੇ ਜੋੜੇ ਮਾਝੇ ਦਾ ਉਹਨਾਂ ਨੂੰ ਦਿੱਤਾ ਜਾ ਸਕਦਾ, ਜਾਂ ਉਹਨਾਂ ਨੂੰ ਸਹਿਕਾਰਤਾ ਵੀ ਦਿੱਤਾ ਜਾ ਸਕਦਾ। ਇੱਦਾਂ ਹੀ ਕਈ ਹੋਰ ਮੰਤਰੀ ਨੇ, ਜਿਵੇਂ ਟਰਾਂਸਪੋਰਟ ਮਿਨਿਸਟਰ ਦਾ ਮਹਿਕਮਾ ਜਿਹੜਾ ਉਹ ਬਦਲਿਆ ਜਾ ਸਕਦਾ। ਤੇ ਜਿਹੜੀ ਰੀਸ਼ਫਲਿੰਗ ਹੋਣੀ ਆ ਉਹਦੇ ਵਿੱਚ ਕਿਵੇਂ ਨਾ ਕਿਵੇਂ ਵਿਭਾਗਾਂ ਦੀ ਜਾਣੀ ਕਿ ਵੰਡੇ ਜਾਣਗੇ। ਪਰ ਮੇਰਾ ਇੱਕ ਨਿੱਜੀ ਅਨੁਭਵ ਇਹ ਕਹਿ ਲਓ, ਜਾਂ ਜਿੰਨੀ ਕਿ ਮੈਨੂੰ ਸਮਝ ਆ ਉਹਦੇ 'ਚ ਇਹ ਆ ਵੀ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਨੂੰ ਜਿਹੜੇ ਮੰਤਰੀਆਂ ਕੋਲ ਮਹਿਕਮੇ ਆ ਇਹ ਨਹੀਂ ਬਦਲਣੇ ਚਾਹੀਦੇ, ਆਪਣੇ ਉਹਨਾਂ ਨੂੰ ਆਪਣੇ ਕੋਲੋਂ ਦੇਣੇ ਚਾਹੀਦੇ, ਕਿਉਂਕਿ 3 ਮਹੀਨਿਆਂ ਦੇ ਵਿੱਚ ਹਲੇ ਇਹਨਾਂ ਨੇ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਇਹਨਾਂ ਨੂੰ ਸਮਝ ਆਈ ਆ। ਹੁਣ ਇਹ ਚਲਾਉਣ ਜੋਗੇ ਹੋਣਗੇ ਜਾਂ ਤੁਸੀਂ ਬਦਲ ਦੇਣੇ। ਹੁਣ ਇਹ ਸਮਝਣ ਲੱਗਣ ਲੱਗ ਪਏ ਇਹਨਾਂ ਨੂੰ ਕਿ ਅਸੀਂ ਇਹ ਕੰਮ ਚਲਾ ਰਹੇ ਨੇ, ਠੀਕ ਨਹੀਂ। ਜਦੋਂ ਹੁਣ ਇਹਨਾਂ ਨੂੰ ਬਦਲ ਦੂੰਗੇ ਉਹ ਨਵੇਂ ਆ ਜਾਣਗੇ, ਫਿਰ ਇਹ ਨਵੇਂ ਮਹਿਕਮੇ ਦਿੱਤਣਗੇ, ਇਹਨਾਂ ਨੂੰ ਫਿਰ ਪਤਾ ਲੱਗ ਜਾਊਗਾ ਕਿ ਅਸੀਂ ਇਹ ਕੰਮ ਵਿਗੜਦਾ ਜਾਊਗਾ। ਚੰਗੀ ਗੱਲ ਇਹੀ ਹੈ ਕਿ ਜਿਸ ਤਰ੍ਹਾਂ ਡਾਕਟਰ ਨਿੱਜਰ ਨੇ ਉਹਨਾਂ ਕੋਲ ਹੈਲਥ ਦੀ ਸੰਭਾਵਨਾ ਹੈਗੀ ਹੈ ਕਿ ਉਹਨਾਂ ਨੂੰ ਹੈਲਥ ਦਿੱਤਾ ਜਾਊਗਾ ਤੇ ਦੇ ਦਿੱਤਾ ਜਾਣਾ, ਉਹ ਨਵਾਂ ਮਹਿਕਮਾ। ਨਵੇਂ ਮੰਤਰੀਆਂ ਜਿਹੜੇ ਬਣੇ ਨੇ ਇਹਨਾਂ ਨੂੰ ਮੁੱਖ ਮੰਤਰੀ ਦੇ ਕੋਲ ਬਹੁਤ ਮਹਿਕਮੇ ਪਏ ਨੇ, ਉਹ ਮਹਿਕਮੇ ਆ ਜਿਹੜੇ ਉਹ ਇਹਨਾਂ ਨੂੰ ਦੇ ਦੇਣੇ ਚਾਹੀਦੇ ਆ, ਤਾਂ ਕਿ ਇਹ ਇਕੱਲੇ ਤੌਰ ਤੇ ਉਹਨਾਂ ਨੂੰ ਚਲਾਉਣ। ਜਿਹੜੇ ਪੁਰਾਣੇ ਮਹਿਕਮੇ ਆ ਉਹ ਪੁਰਾਣੇ ਮੰਤਰੀਆਂ ਕੋਲ ਹਾਲ ਦੀ ਘੜੀ ਉਸ ਤਰ੍ਹਾਂ ਹੀ ਚੱਲਣੇ ਚਾਹੀਦੇ ਨੇ, ਕਿਉਂਕਿ ਉਹਨਾਂ ਦੀ ਹੁਣ ਅਫਸਰਾਂ ਨਾਲ ਵੀ ਤਾਲਮੇਲ ਇੱਕ ਤਰ੍ਹਾਂ ਦੀ ਬੈਠ ਗਈ ਨੇ ਤੇ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਕਿਹੜੀ ਫਾਈਲ ਕੀ ਕੰਮ ਕਰੀ ਹੈ, ਕਿਹੜੀਆਂ ਸਰਕਾਰ ਦੀਆਂ ਯੋਜਨਾਵਾਂ ਨੇ ਜਾਂ ਪਿਛਲੀ ਸਰਕਾਰਾਂ ਨੇ ਕੀ ਕੰਮ ਕੀਤੇ ਹੋਏ ਨੇ। ਛਿੱਬਰ ਜੀ, ਅਫਸਰਸ਼ਾਹੀ ਨੂੰ ਲੈ ਕੇ ਖੂਬ ਚਰਚਾ ਕਿ ਅਫਸਰਸ਼ਾਹੀ, ਤੁਸੀਂ ਵੀ ਗੱਲ ਕੀਤੀ ਕਿ ਉਹ ਫਾਈਲ ਕਿਹੜੀ ਪੇਸ਼ ਕਰਨੀ ਹੈ ਕਿਹੜੀ ਨਹੀਂ ਪੇਸ਼ ਕਰਦੇ। ਲੋਕਾਂ 'ਚ ਵੀ ਇਹ ਚਰਚਾ ਕਿ ਅਫਸਰਸ਼ਾਹੀ ਨੂੰ ਨਕੇਲ ਪਾਉਣਾ ਜ਼ਰੂਰੀ ਸੀ। ਇਹਨਾਂ ਦੇ ਕਹੇ ਤੇ ਤਾਂ ਬਦਲੀਆਂ ਹੋਏ ਵਾਲੇ ਬੰਦੇ ਵੀ ਜੁਆਇਨ ਨਹੀਂ ਕਰ ਰਹੇ ਆਪਣੀਆਂ ਥਾਵਾਂ 'ਤੇ। ਇਸ ਨੂੰ ਲੈ ਕੇ ਤੇ ਕੱਲ੍ਹ ਕਹਿੰਦੇ ਕਿ ਰਾਤ ਪੁਲਿਸ ਤੰਤਰ ਦੀਆਂ ਸੈਟਿੰਗਾਂ ਨੂੰ ਲੈ ਕੇ ਸਾਰੀ ਰਾਤ ਮੀਟਿੰਗਾਂ ਚੱਲਦੀਆਂ ਰਹੀਆਂ, ਬੜਾ ਕੁਛ ਉੱਪਰ ਥੱਲੇ ਕਰਨ ਦੀ ਕੋਸ਼ਿਸ਼ ਕੀਤੀ, ਬਦਲੀਆਂ ਕਰਤੀਆਂ, ਫਿਰ ਵਾਪਸ ਲੈ ਲਏ, ਤਰੱਕੀਆਂ ਦੇ ਦਿੱਤੀਆਂ। ਸੋ ਸਾਰੇ ਖੇਡ ਦੇ ਵਿੱਚ DGP ਤੇ ਉਸ ਰੈਂਕ ਦੇ ਅਧਿਕਾਰੀਆਂ ਨੂੰ ਲੈ ਕੇ ਖਾਸੀ ਨਵੀਂ ਖਿੱਚੋਤਾਣ ਚੱਲ ਰਹੀ ਹੈ। ਦੇਖੋ, ਜਿਹੜਾ DGP ਆ BK ਭਾਵੜਾ, ਨੋ ਸ਼ੱਕ ਕਿ ਉਹ ਨੌਨ ਕੰਟਰੋਵਰਸ਼ੀਅਲ ਜਿਹੜੇ ਪੁਲਿਸ ਅਧਿਕਾਰੀ ਨੇ, ਇਮਾਨਦਾਰ ਨੇ, ਕੋਈ ਉਹਨਾਂ ਦੇ ਕਿਰਦਾਰ ਪਰ ਕੋਈ ਸ਼ੱਕ ਨਹੀਂ ਕਰ ਸਕਦਾ। ਪੂਰੀ ਇਮਾਨਦਾਰੀ ਦੇ ਨਾਲ ਉਹ ਜਿਹੜਾ ਕੰਮ ਕਰਨ ਵਾਲੇ ਅਧਿਕਾਰੀ ਬੰਨੇ ਜਾਂਦੇ ਨੇ। ਪਰ ਜਦੋਂ ਮੁੱਖ ਮੰਤਰੀ ਦੇ ਨਾਲ ਗੌਰਵ ਯਾਦਵ ਹੋਰਾਂ ਨੂੰ ਲਗਾਇਆ ਗਿਆ, ਉਦੋਂ ਤੋਂ ਹੀ ਜਿਹੜੀਆਂ ਰਾਜਨੀਤਿਕ ਹਲਕਿਆਂ ਦੇ ਵਿੱਚ, ਸੱਤਾ ਦੇ ਗਲਿਆਰਿਆਂ ਦੇ ਵਿੱਚ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਸੀ ਕਿ ਗੌਰਵ ਯਾਦਵ ਨੂੰ ਕਿਤੇ ਨਾ ਕਿਤੇ ਵੱਡੀ ਜਗ੍ਹਾ 'ਤੇ ਐਡਜਸਟ ਕੀਤਾ ਜਾਵੇਗਾ। ਕੁਝ ਦਿਨ ਪਹਿਲਾਂ ਹੀ ਦਿੱਲੀ ਦੀ BJP ਸਰਕਾਰ ਦੇ ਨਾਲ ਚੁਣੇ ਹੋਏ ਇੱਕ ਵੱਡੇ ਆਗੂ ਨੇ ਕੁਝ ਦਿਨ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀਗੀ ਕਿ ਗੌਰਵ ਯਾਦਵ ਪੰਜਾਬ ਦੇ DGP ਹੋਣਗੇ। ਤੁਸੀਂ ਦੇਖੋ, ਆਮ ਆਦਮੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੈ ਤੇ ਇਹ ਜਿਹੜੀ ਗੱਲ ਕਰਦੇ ਆ ਉਹ BJP ਦੇ ਨਾਲ ਜੁੜੇ ਹੋਏ ਵੱਡੇ ਆਗੂ ਕਰ ਰਹੇ ਨੇ ਕਿ ਹੋਣਗੇ। ਇਹਦਾ ਮਤਲਬ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਇਹ ਚਰਚਾਵਾਂ ਚੱਲ ਰਹੀਆਂ ਸੀਗੀਆਂ ਕਿ ਪੰਜਾਬ ਦੇ DGP ਆ ਜਿਹੜੇ ਇਹ ਬਦਲੇ ਜਾਣਗੇ। ਪੰਜਾਬ ਦਾ ਜਿਹੜਾ DGP ਆ ਹਮੇਸ਼ਾ ਕਿਤੇ ਨਾ ਕਿਤੇ ਉਹਦੇ 'ਚ ਦਿੱਲੀ ਦੀ ਦਖਲਅੰਦਾਜ਼ੀ ਬਹੁਤ ਸੈਂਟਰ ਦੀ ਬਹੁਤ ਵੱਡੀ ਉੱਥੇ ਰਹੀ ਆ ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਤੱਕ ਰਹੇਗੀ ਵੀ। ਹੁਣ BK ਭਾਵੜਾ ਦੇ ਪਰ ਸਿਰਫ ਇਹ ਕਹਿ ਕੇ ਕਿ ਜਿਹੜੀ ਸੰਗਰੂਰ ਦੀ ਜ਼ਿਮਨੀ ਚੋਣ ਆ ਉਹ ਆਮ ਆਦਮੀ ਪਾਰਟੀ ਹਾਰ ਗਈ, ਜਾਂ ਸਿੱਧੂ ਮੂਸੇਵਾਲ ਦਾ ਕਤਲ ਹੋ ਰਿਹਾ, ਉਹਦੇ ਵਿੱਚ ਜਿਹੜੀ ਇਹ ਦੋ ਵੱਡੀਆਂ ਵਾਰਦਾਤਾਂ ਹੋਈਆਂ ਜਿਹੜੀ ਗੈਂਗਸਟਰਾਂ ਵਾਲੀਆਂ, ਜਾਂ ਜ਼ਿਮਨੀ ਚੋਣ ਹਾਰਿਆ, ਉਹਦੇ ਜ਼ਿੰਮੇਵਾਰੀ ਸਿੱਧੀ ਤੇ ਸਿੱਧੀ DGP ਦੇ ਪਾ ਕੇ ਤੁਸੀਂ ਉਹਨੂੰ ਇਹ ਬੁਲਾ ਕੇ ਕਹਿਣਾ ਕਿ ਜੀ ਅਸੀਂ ਨਵਾਂ DGP ਲਾਉਣਾ ਚਾਹੁੰਦੇ ਆ, ਤੁਸੀਂ ਛੁੱਟੀ 'ਤੇ ਚਲੇ ਜਾਓ। ਤੁਸੀਂ ਉਹ 6 ਮਹੀਨਿਆਂ ਦੇ ਦਰਮਿਆਨ ਤੁਸੀਂ ਇੱਦਾਂ ਦਾ ਕੋਈ ਕੰਟਰੋਵਰਸ਼ੀਅਲ ਕੰਮ ਉਸ DGP ਨੇ ਨਹੀਂ ਕੀਤਾ, ਪਰ ਇਹਨਾਂ ਨੇ ਉਹਨਾਂ ਨੂੰ ਛੁੱਟੀ 'ਤੇ ਭੇਜ ਦਿੱਤਾ। ਚਲੋ ਇਹ ਇਹਨਾਂ ਦੀ ਆਪਣਾ ਕੋਈ ਰਣਨੀਤੀ ਦਾ ਹਿੱਸਾ ਹੋ ਸਕਦਾ। ਹੁਣ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਗੌਰਵ ਯਾਦਵ ਨੂੰ DGP ਲਾਉਂਗੇ, ਹੁਣ ਤਾਂ ਕਾਰਜਕਾਰੀ ਹੈ ਨਾ, ਉਹ ਤੋਂ ਬਾਅਦ ਹਲੇ
ਉਹਨਾਂ ਨੇ 2 ਮਹੀਨੇ ਵਾਸਤੇ ਛੁੱਟੀ ਲਈ ਆ ਤੇ ਨਾ ਇਸ ਛੁੱਟੀ ਦੇ ਦਰਮਿਆਨ ਹੀ ਉਹ ਦਿੱਲੀ ਦੇ ਵਿੱਚ ਜਾਣਗੇ, ਹਾਂ ਡੈਪੂਟੇਸ਼ਨ ਦੇ ਉੱਤੇ ਡੈਪੂਟੇਸ਼ਨ ਤੇ ਜਾਣਗੇ ਤੇ ਡੈਪੂਟੇਸ਼ਨ ਮੰਗਣਗੇ। ਜੇਕਰ ਉਹਨਾਂ ਨੂੰ ਡੈਪੂਟੇਸ਼ਨ ਨਹੀਂ ਮਿਲਦਾ ਫਿਰ ਅਗਲੀ ਪੁਲਿਸ ਦੀ ਰਣਨੀਤੀ ਕੀ ਹੋਵੇਗੀ ਜਾਂ ਸਰਕਾਰ ਦੀ ਰਣਨੀਤੀ ਕੀ ਹੋਗੀ? ਕਿਆ 2 ਮਹੀਨੇ ਤੋਂ ਬਾਅਦ ਫਿਰ ਉਹਨਾਂ ਨੂੰ ਉੱਥੇ ਲਿਆ ਕੇ ਦੁਬਾਰਾ ਡੀਜੀਪੀ ਬਣਾਇਆ ਜਾਵੇਗਾ? ਸਵਾਲ ਇਹ ਖੜਾ ਹੁੰਦਾ ਬਾਈ ਦੀ ਵੇ ਜੇ ਦਿੱਲੀ ਸਰਕਾਰ ਇਹ ਕਹਿ ਦੇਵੇ ਕਿ ਨਹੀਂ ਕਿ ਅਸੀਂ ਬੀਕੇ ਭਾਵੜਾ ਹੀ ਰੱਖਣਾ, ਜੇ ਪੈਨਲ ਦੇ ਵਿੱਚ ਉਹਨਾਂ ਨੇ 2 ਬੰਦਿਆਂ ਦੇ ਨਾਂ ਭੇਜਤੇ ਜਿਵੇਂ ਪਹਿਲਾਂ ਭੇਜਦੇ ਆ, ਫਿਰ ਹੋ ਸਕਦਾ ਮੈਨੂੰ ਲੱਗਦਾ ਇਹਦੇ 'ਚ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਮੁਹੰਮਦ ਮੁਸਤਫਾ ਉਹਨਾਂ ਨੇ ਦਿਨਕਰ ਗੁਪਤਾ ਨੂੰ ਲੈ ਕੇ ਇੱਕ ਰੇੜਕਾ ਖੜਾ ਕੀਤਾ ਸੀਗਾ, ਤਾਂ ਇਹਦੇ ਨਾਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰੇੜਕਾ ਉਹ ਖੜਾ ਹੋ ਸਕਦਾ ਹੈ। ਪੁਲਿਸ ਪਰਸੋਨਲ ਆ ਜਿਹੜਾ ਜਾਂ ਪੁਲਿਸ ਡਿਪਾਰਟਮੈਂਟ ਇੱਕ ਅਜਿਹਾ ਡਿਪਾਰਟਮੈਂਟ ਆ ਜਿਹਦੇ ਪਰ ਪੂਰੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਿੱਥੇ ਸੂਬੇ ਦੀ ਸੁਰੱਖਿਆ ਦਾ ਮਾਮਲਾ ਹੈ, ਜਿੱਥੇ ਸਰਕਾਰ ਦੇ ਵਿੱਚ ਜਿਹੜੀਆਂ ਵੱਡੀਆਂ ਗਤੀਵਿਧੀਆਂ ਹੋ ਰਹੀਆਂ ਜਾਂ ਹੋਰ ਉਹਦੀ ਵੱਡੀ ਜ਼ਿੰਮੇਵਾਰੀ ਜਿਹੜੀ ਕਿਤੇ ਨਾ ਕਿਤੇ ਲੋਕਾਂ ਉੱਪਰ ਦੀ ਸੁਰੱਖਿਆ ਦੀ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਪੁਲਿਸ ਦੀ ਹੈਗੀ ਹੈ। ਤਾਂ ਮੈਨੂੰ ਲੱਗਦਾ ਕਿ ਪੁਲਿਸ ਦੇ ਮਾਮਲੇ ਵਿੱਚ ਸਿੱਧੀ ਦਖਲਅੰਦਾਜ਼ੀ ਤੋਂ ਬਚਣਾ ਚਾਹੀਦਾ ਹੈ। ਕਿੱਥੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਹ ਗੱਲ ਕਹਿੰਦੇ ਕਿ ਮੁਨਸ਼ੀ ਆ ਜਿਹੜਾ ਉਹ ਲਾਉਣ ਵਾਸਤੇ ਵੀ ਸਾਡੀ ਦਖਲਅੰਦਾਜ਼ੀ ਨਹੀਂ ਹੋਗੀ। ਪੁਲਿਸ ਐਡੀ ਵੱਡੇ ਪੱਧਰ ਪਰ ਦਖਲਅੰਦਾਜ਼ੀ ਹੁੰਦੀ ਆ ਕਿ ਆਪਣੀ ਮਰਜ਼ੀਆਂ ਨਾਲ ਲੱਗਣਗੇ। ਤੁਸੀਂ ਇੱਕ ਇਮਾਨਦਾਰ ਅਫਸਰ ਨੂੰ ਜਿਨ੍ਹਾਂ ਨੇ UPSC ਨੇ ਲਾਇਆ, ਤੁਸੀਂ ਉਹਨਾਂ ਨੂੰ ਇਸ ਕਰਕੇ ਬਦਲ ਰਹੇ ਨੇ ਕਿ ਤੁਸੀਂ ਆਪਣੇ ਇੱਕ ਚਹੇਤੇ ਨੂੰ ਉੱਥੇ ਲਾਉਣਾ ਚਾਹੁੰਦੇ ਨੇ ਜਾਂ ਤੁਸੀਂ ਉਸ ਅਧਿਕਾਰੀ ਨੂੰ ਲਾਉਣਾ ਚਾਹੁੰਦੇ ਨੇ ਜਿਹਦੇ ਨਾਲ ਤੁਹਾਡੀ ਸਾਂਝ ਗਾਂਝ ਬਣਦੀ ਆ। ਹੁਣ ਤੁਸੀਂ ਦੇਖੋ ਮੇਰੇ ਯਾਦ ਆ ਗਈ ਇੱਕ ਜਿਹੜਾ ਉਹ ਸੀਗਾ ਅਧਿਕਾਰੀ BJP ਦਾ ਆਗੂ ਤਾਂ ਬੱਗਾ ਜਿਹਨੂੰ ਦਿੱਲੀ ਤੋਂ ਚੱਕ ਕੇ ਲੈ ਕੇ ਆ ਰਹੇ ਤੇ ਪਰ ਕਰਨਾਲ ਕੋਲ ਤੋਂ ਵਾਪਸ ਚਲੇ ਗਿਆ। ਉਸ ਸਾਰੇ ਆਪਰੇਸ਼ਨ ਦੀ ਕਾਰਵਾਈ ਕੌਣ ਕਰ ਰਹੇ ਸਨ? ਉਹ ਕਾਰਵਾਈ ਫੇਲ ਕਿਉਂ ਹੋਈ? ਇਹਨਾਂ ਦੇ ਬੰਦਾ ਕਰ ਰਹੇ, ਇਹਨਾਂ ਦੇ ਬੰਦੇ ਕਰ ਰਹੇ ਸੀਗੇ। ਅੱਜ ਉਹਨਾਂ ਬੰਦਿਆਂ ਨੂੰ ਤੁਸੀਂ ਵੱਡੇ ਅਹੁਦੇ ਦੇ ਰਹੇ ਨੇ। ਇਹ ਕਿਤੇ ਨਾ ਕਿਤੇ ਦੇਖੋ ਠੀਕ ਆ ਕਿ ਜਿਹੜਾ DGP ਉਹ ਸਖਤ ਹੋਣਾ ਚਾਹੀਦਾ ਹੈ, ਪੁਲਿਸ ਵੱਲ ਪ੍ਰਭਾਵ ਹੋਣਾ ਚਾਹੀਦਾ ਹੈ, ਦਬਾਅ ਹੋਣਾ ਚਾਹੀਦਾ। ਕੱਲ੍ਹ ਨੂੰ ਹਰਪ੍ਰੀਤ ਸਿੱਧੂ ਕੀ ਕਰਨਗੇ? ਹਰਪ੍ਰੀਤ ਸਿੱਧੂ ਤਾਂ ਇੱਕ ਪਾਸੇ ਚੱਲਣ ਵਾਲੇ ਬੰਦੇ ਨੇ, ਪੂਰੇ ਦਬਾਅ ਹੈ ਉਹਨਾਂ ਦਾ ਪੁਲਿਸ ਅਫਸਰਾਂ ਪਰ, ਪੁਲਿਸ ਡਰਦੀ ਹੈ ਉਹਨਾਂ ਤੋਂ ਵੀ ਉਹ ਕੰਮ ਕਰ ਰਹੇ ਨੇ। ਕੱਲ੍ਹ ਨੂੰ ਉਹਨਾਂ ਨੂੰ DGP ਨਹੀਂ ਲਾਇਆ ਜਾਂਦਾ ਜਦ ਕਿ ਉਹ 5 ਅਫਸਰ ਸੀਨੀਅਰ ਨੇ, ਗੌਰਵ ਯਾਦਵ ਉਹਨਾਂ ਤੋਂ 5 ਅਫਸਰ ਸੀਨੀਅਰ ਤੇ ਜੋ ਛੁੱਟੀ ਲੈ ਜਾਂਦੇ ਜਾਂ ਉਹ ਨਾ ਸਹਿਯੋਗ ਦੇਣਗੇ ਫਿਰ ਕੀ ਹੋਵੇਗਾ? ਇੱਕ ਨਵਾਂ ਬਖੇੜਾ ਜਿਹੜਾ ਉਹ ਹੋਵੇਗਾ ਜਿਵੇਂ ਕਿ ਪਹਿਲਾਂ ਹੁੰਦਾ ਰਿਹਾ। ਪੁਲਿਸ ਦੇ ਵਿੱਚ ਆਪਣੀ ਜਿਹੜੀ ਗਰੁੱਪਿਜ਼ਮ ਆ ਉਹ ਮੈਨੂੰ ਲੱਗਦਾ ਹੁਣ ਹੋਰ ਵਧੇਗੀ। ਛਿਬਰ ਜੀ ਜਾਂਦੇ ਗਰੁੱਪਿਜ਼ਮ ਵਧੇਗੀ ਤੇ ਇਸੇ ਪੁਲਿਸ ਦੇ ਹੱਥ ਹੈ ਉਹ ਸਾਰਾ ਮਾਮਲਾ। ਜੇਕਰ ਬੇਅਦਬੀ ਵਾਲੇ ਮਾਮਲੇ ਦੇ ਉੱਤੇ ਕਾਰਵਾਈ ਅੱਗੇ ਵੱਧਦੀ ਹੈ, ਉਸ ਮਸਲੇ ਨੂੰ ਲੈ ਕੇ ਵੀ ਸਰਕਾਰ ਕਿੱਦੀ ਨਜ਼ਰ ਆ ਰਹੀ ਹੈ? ਉਹ ਸਿੱਟ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਉਹ ਸਾਰਾ ਮਾਮਲਾ ਕਿੱਧਰ ਨੂੰ ਜਾਂਦਾ ਨਜ਼ਰ ਆਉਂਦਾ? ਦੇਖੋ ਸਭ ਤੋਂ ਵੱਡੀ ਗੱਲ ਤਾਂ ਦੀਪਕ ਜੀ ਇਹ ਹੈ ਕਿ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ 3 ਅਲੱਗ-ਅਲੱਗ ਮਾਮਲੇ ਨੇ। ਕਈ ਵਾਰੀ ਬਹੁਤੇ ਲੋਕਾਂ ਨੂੰ ਥੱਲੇ ਪਤਾ ਨਹੀਂ ਹੈਗਾ 3 ਸਿੱਟਾਂ ਜਿਹੜੀਆਂ ਉਹ ਬਣੀਆਂ ਹੋਈਆਂ। ਇੱਕ ਤਾਂ ਜਦੋਂ 2015 ਦੇ ਵਿੱਚ ਅਕਤੂਬਰ 2015 ਦੇ ਵਿੱਚ ਘਟਨਾਕ੍ਰਮ ਵਾਪਰਿਆ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਉੱਥੇ ਤੋਂ ਆਪਣਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੁੰਦੇ ਨੇ, ਉਹ ਤੋਂ ਬਾਅਦ ਅੰਗ ਫਾੜੇ ਜਾਂਦੇ ਨੇ ਜਾਂ ਉੱਥੇ ਫੱਤਰੇ ਜਿਹੜੇ ਗਲੀਆਂ 'ਚ ਸੁੱਟੇ ਜਾਂਦੇ ਨੇ, ਇਹ ਇੱਕ ਅਲੱਗ ਘਟਨਾ ਨੇ। ਇਹਨਾਂ ਦੀ ਅਲੱਗ ਜਾਂਚ ਆ ਜਿਹੜੀ ਬਣਾਉਣ ਜਾਂਚ ਕਰਨ ਵਾਸਤੇ ਸਿੱਟ ਬਣੀ ਪਰਮਾਰ ਦੀ ਅਗਵਾਈ। ਜਿਹੜਾ ਬਰਗਾੜੀ ਵਾਲੀ ਘਟਨਾ ਗੋਲੀ ਕਾਂਡ ਉਹ ਇੱਕ ਅਲੱਗ ਕਾਂਡ ਆ ਤੇ ਜਿਹੜਾ ਬਾਈਬਲ ਕੰਡਾ ਉਹ ਇੱਕ ਅਲੱਗ ਆ। 3 ਸਿੱਟਾਂ ਜਿਹੜੀਆਂ ਬਣ ਰਹੀਆਂ ਇਹਨਾਂ ਸਾਰਿਆਂ ਨੂੰ ਕਲੱਬ ਕਰਕੇ ਲੋਕ ਕਿਤੇ ਨਾ ਕਿਤੇ ਦੇਖੀ ਜਾ ਰਹੇ ਨੇ। ਜਿਹੜੀ ਹੁਣ ਤਾਜ਼ਾ ਹਾਈ ਕੋਰਟ ਨੇ ਰਾਹਤ ਦੇਣ ਤੋਂ ਮਨਾ ਕੀਤਾ, ਉਹ ਜਿਹੜੀ ਬਾਈਬਲ ਕਲਾਂ ਗੋਲੀ ਕਾਂਡ ਹੋਇਆ ਕੋਟਕਪੂਰ ਵਾਲਾ ਕਾਂਡ ਆ, ਉਸ ਕਾਂਡ ਦੇ ਵਿੱਚ ਉਹਨਾਂ ਨੂੰ ਰਾਹਤ ਦੇਣ ਤੋਂ ਹਾਈ ਕੋਰਟ ਨੇ ਉਮਰਾ ਨੰਗਲ ਹੋ ਗਿਆ, ਉਹ ਮਿਸਟਰ ਪੰਧੇਰ ਹੋ ਗਏ ਤੇ ਆਪਣਾ ਸੈਣੀ ਹੋ ਗਿਆ, ਇਹਨਾਂ ਨੂੰ ਰਾਹਤ ਦੇਣ ਤੋਂ ਫਿਲਹਾਲ ਕਿਤੇ ਨਾ ਕਿਤੇ ਠੁਕਰਾ ਦਿੱਤਾ ਗਿਆ, ਰਾਹਤ ਨਹੀਂ ਦਿੱਤੀ ਗਈ, ਜਿਹਦੇ ਨਾਲ ਸਰਕਾਰ ਦਾ ਪੱਖ ਕਿਤੇ ਨਾ ਕਿਤੇ ਮਜ਼ਬੂਤ ਹੋਇਆ। ਆਪਾਂ ਤਿੰਨੇ ਜਿਹੜੀਆਂ ਸਿੱਟਾਂ ਜਾਂ 3 ਵਾਰਦਾਤਾਂ ਹੈ, 3 ਘਟਨਾਵਾਂ ਨੇ ਵੱਡੀਆਂ, ਇਹਨੂੰ ਕਲੱਬ ਕਰਕੇ ਦੇਖਣ ਦੀ ਜ਼ਰੂਰਤ ਨਹੀਂ। ਕਾਨੂੰਨ ਦੇਖੋ ਵੱਡੇ ਮਸਲੇ ਨੇ, ਸਿਆਸੀ ਵੀ ਨੇ ਤੇ ਵਾਕਈ ਦੇ ਵਿੱਚ ਕ੍ਰਾਈਮ ਵੀ ਹੋਏ ਨੇ, ਹੀਨੀਅਸ ਕ੍ਰਾਈਮ ਹੋਇਆ ਨੇ। ਇਸ ਕਰਕੇ ਇਸ ਮਾਮਲੇ ਨੂੰ ਸੁਲਝਣ ਵਾਸਤੇ ਵੀ ਜਾਂ ਸੱਟੇ ਤੇ ਪਹੁੰਚਣ ਨੂੰ ਵੀ ਥੋੜਾ ਸਮਾਂ ਲੱਗੇਗਾ। ਬਿਲਕੁਲ ਜੀ, ਸਮਾਂ ਲੱਗੇਗਾ, ਪਰ ਉਹਦੇ ਲਈ ਨੀਅਤ ਚਾਹੀਦੀ ਆ। ਅਕਾਲੀਆਂ ਦੀ ਸਰਕਾਰ ਆ ਕੇ ਵੀ ਚਲੀ ਗਈ, ਉਸ ਤੋਂ ਬਾਅਦ ਕਾਂਗਰਸੀਆਂ ਦੀ ਵੀ 2 ਮੁੱਖ ਮੰਤਰੀ ਆ ਕੇ ਚਲੇ ਗਏ ਤੇ ਅੱਜ ਕੱਲ੍ਹ ਹੁਣ ਨਵਾਂ ਬਦਲਾਅ ਵਾਲੇ ਮੁੱਖ ਮੰਤਰੀ ਨੇ। ਪਰ ਬਦਲਾਅ ਕਿਹੋ ਜਿਹਾ ਹੋ ਰਿਹਾ ਉਹਦੇ ਹਵਾਲੇ ਨਾਲ ਵੀ ਛਿੱਬਰ ਹੋਰਾਂ ਨੇ ਪੱਖ ਸਾਹਮਣੇ ਰੱਖਿਆ। ਪਰ ਇਹਦੇ ਵਿੱਚ ਇਹ ਸਵਾਲ ਜ਼ਰੂਰ ਖੜਾ ਕਿ ਪੰਜਾਬ ਸਮੁੱਚਾ
ਪੰਥਕ ਧਿਰਾਂ ਸਮੁੱਚੀਆਂ ਔਰ ਗੁਰੂ ਨੂੰ ਮੰਨਣ ਵਾਲੀਆਂ ਧਿਰਾਂ ਚਾਹੁੰਦੀਆਂ ਨੇ ਕਿ ਬੇਅਦਬੀ ਵਾਲੇ ਮਾਮਲੇ 'ਚ ਸਹੀ ਇਨਸਾਫ ਮਿਲੇ। ਉਹ ਚਾਹੇ ਤਿੰਨੋਂ ਮਾਮਲੇ ਵੱਖੋ-ਵੱਖ ਨੇ, ਚਾਹੇ ਸਮੁੱਚੇ ਮਾਮਲਿਆਂ ਨੂੰ ਜੋੜ ਕੇ ਦੇਖਣ ਦੀ ਗੱਲ ਹੋਵੇ, ਚਾਹੇ ਵੱਖ-ਵੱਖ ਤੌਰ ਦੇ ਉੱਤੇ। ਸਵਾਲ ਇਨਸਾਫ ਮਿਲਣ ਦਾ ਬੇਸ਼ੱਕ ਸਮਾਂ ਲੱਗੇਗਾ, ਸਮਾਂ ਪਹਿਲਾਂ ਹੀ ਬਹੁਤ ਹੋ ਚੁੱਕਾ ਹੈ। 2000 ਮਤਲਬ ਕਿ ਕਿੰਨੇ ਸਮੇਂ ਪਹਿਲਾਂ ਦੀ ਇਹ ਘਟਨਾਵਾਂ ਲਗਾਤਾਰ 7 ਸਾਲ ਤੋਂ ਉੱਪਰ ਹੋ ਚੁੱਕਾ। ਸੋ 2015 ਤੋਂ ਲੈ ਕੇ 2022 ਤੱਕ ਦਾ ਵਕਫਾ ਆ ਗਿਆ। ਸੋ ਇਸ ਸਮੇਂ ਦਰਮਿਆਨ ਅਜੇ ਵੀ ਪੂਰੇ ਪੱਖ ਸਾਹਮਣੇ ਨਹੀਂ ਆਏ। ਸੋ ਇਸ ਨੂੰ ਲੈ ਕੇ ਪੰਜਾਬ ਫਿਕਰਮੰਦੀ 'ਚ ਔਰ ਆਸ ਕਰਦਾ ਨਵੀਂ ਸਰਕਾਰ ਤੋਂ ਕਿ ਇਨਸਾਫ ਤੱਕ ਵੀ ਪਹੁੰਚਿਆ ਜਾਵੇਗਾ ਔਰ ਦੋਸ਼ੀਆਂ ਨੂੰ ਸਜ਼ਾਵਾਂ ਵੀ ਮਿਲਣਗੀਆਂ। ਤਾਂ ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ। ਬਹੁਤ ਬਹੁਤ ਧੰਨਵਾਦ।